ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਯੂਥ ਪੋਲ ਦਾ ਇੱਕ ਹੋਰ ਐਪੀਸੋਡ ਲੈ ਕੇ ਮੈਂ ਰੋਬਰਟਪ੍ਰੀਤ ਤੁਹਾਡੇ ਸਾਹਮਣੇ ਹਾਜ਼ਰ ਹੋਈ ਹਾਂ ਜੀ। ਅੱਜ ਆਪਾਂ ਇੱਕ ਵਾਰ ਫਿਰ ਤੋਂ ਗੱਲ ਕਰਾਂਗੇ ਮੈਂਟਲ ਹੈਲਥ, ਡਿਪਰੈਸ਼ਨ, ਸੁਸਾਈਡ, ਇੱਦਾਂ ਦੀਆਂ ਬਿਮਾਰੀਆਂ ਜਿਹੜੇ ਲੋਕ ਵਰਡ ਯੂਜ਼ ਕਰਦੇ ਕਿ ਬਿਮਾਰੀ, ਮੈਂਟਲ ਹੈਲਥ ਬਿਮਾਰੀ ਆ, ਡਿਪਰੈਸ਼ਨ ਬਿਮਾਰੀ ਆ, ਬਟ ਕਾਹਤੋਂ ਹੋ ਰਹੀ ਆ, ਕਿਉਂ ਹੋ ਰਹੀ ਆ, ਇਹਨੂੰ ਆਪਾਂ ਟੈਗ ਕਾਹਤੋਂ ਦੇ ਰਹੇ ਆ ਬਿਮਾਰੀ ਦਾ? ਕਿ ਆਪਾਂ ਆਪਣੀਆਂ ਗੱਲਾਂ ਨਹੀਂ ਕਰ ਪਾ ਰਹੇ ਹੈਗੇ, ਕਿ ਆਪਾਂ ਆਪਣੇ ਮਾਪਿਆਂ ਸਾਹਮਣੇ, ਆਪਣੇ ਪੀਅਰ ਸਾਹਮਣੇ, ਆਪਣੇ ਦੋਸਤ ਸਾਹਮਣੇ ਉਹ ਗੱਲਾਂ ਨਹੀਂ ਰੱਖ ਪਾ ਰਹੇ? ਕੀ ਕਾਰਨ ਨੇ ਮੈਂਟਲ ਹੈਲਥ ਖਰਾਬ ਹੋਣ ਦੇ? ਜੇਕਰ ਮੈਂ ਤੁਹਾਨੂੰ ਦੱਸਾਂ ਤੇ 12 ਤੋਂ 19 ਸਾਲ ਦੇ ਜਿਹੜੇ ਯੁਵਾ ਨੇ, ਯੂਥ ਆ 12 ਤੋਂ 19 ਸਾਲ ਦਾ, ਦੂਜਾ ਸਭ ਤੋਂ ਵੱਡਾ ਕਾਰਨ ਮੌਤ ਦਾ ਮੰਨਿਆ ਜਾ ਰਿਹਾ ਕਿ ਸੁਸਾਈਡ ਆ। ਸੁਸਾਈਡ ਦੀ ਵਜ੍ਹਾ ਦੇ ਨਾਲ ਇੰਨੀਆਂ ਮੌਤਾਂ ਹੋ ਰਹੀਆਂ। ਉਹ ਯੂਥ ਜਿਹਨੇ ਅੱਗੇ ਜਾ ਕੇ ਵੱਡੇ ਵੱਡੇ ਬਿਜ਼ਨਸ ਖੋਲ੍ਹਣੇ ਆ, ਪੋਲੀਟਿਕਸ ਦੇ ਵਿੱਚ ਜਾਣਾ ਆ, ਬਹੁਤ ਵੱਡੇ ਵੱਡੇ ਕੰਮ ਕਰਨੇ ਆ, ਗੇਮਸ ਦੇ ਵਿੱਚ ਤਗਮੇ ਲੈ ਕੇ ਆਣੇ ਆ, ਦੇਸ਼ ਦਾ ਨਾਮ ਰੌਸ਼ਨ ਕਰਨਾ ਆ, ਜੇਕਰ ਉਹੀ ਆਪਣੀ ਜਾਨ ਲੈ ਰਿਹਾ ਇੰਨੀ ਘੱਟ ਉਮਰ ਦੇ ਵਿੱਚ, ਤੇ ਆਪਣੀ ਸੁਸਾਇਟੀ ਜਾ ਕਿੱਧਰ ਨੂੰ ਰਹੀ ਆ? ਕਿਹਦੀ ਗਲਤੀ ਆ? ਇਹਦੇ ਬਾਰੇ ਕੀ ਕੀਤਾ ਜਾਵੇ? ਸੋ ਅੱਜ ਅਸੀਂ ਸੱਦਾ ਦਿੱਤਾ ਵਾ ਜੀ ਸੁਨੀਲ ਮੁੰਜਾਲ ਹੁਣਾਂ ਨੂੰ। ਦਿਲ ਦੀਆਂ ਗੱਲਾਂ ਕਮਿਊਨਿਟੀ ਸਰਵਿਸ ਵੱਲੋਂ ਆਏ ਨੇ ਸਾਡੇ ਕੋਲ ਸੁਨੀਲ ਜੀ। ਉਹਨਾਂ ਦੇ ਨਾਲ ਗੱਲ ਕਰਦੇ ਆ ਕਿ ਵਟ ਇਜ਼ ਮੈਂਟਲ ਹੈਲਥ, ਵਟ ਸ਼ੁੱਡ ਬੀ ਡਨ, ਇਹਦੇ ਬਾਰੇ ਕੀ ਕੀਤਾ ਜਾ ਸਕਦਾ, ਉਹ ਕੀ ਕਰ ਰਹੇ ਨੇ, ਕਿਉਂਕਿ ਇਹ ਬਹੁਤ ਵੱਡੀ ਪ੍ਰੋਬਲਮ ਅੱਜ ਦੇ ਸਮੇਂ ਦੀ। ਹਰ ਦੂਜਾ ਵਿਅਕਤੀ ਜਿਹਨੂੰ ਮੈਂ ਮਿਲਦੀ ਆ ਪਰਸਨਲੀ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਂਟਲ ਹੈਲਥ ਤੋਂ ਜੂਝ ਰਿਹਾ ਹੁੰਦਾ। ਆਓ ਗੱਲ ਕਰਦੇ ਆ ਸੁਨੀਲ ਮੁੰਜਾਲ ਹੁਣਾਂ ਦੇ ਨਾਲ। ਸਤਿ ਸ਼੍ਰੀ ਅਕਾਲ ਸੁਨੀਲ ਜੀ। ਸਤਿ ਸ੍ਰੀ ਅਕਾਲ ਰਮਨ ਜੀ। ਸਾਂਝਾ ਟੀਵੀ ਤੇ ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ। ਥੈਂਕ ਯੂ ਵੈਰੀ ਮਚ। ਸੁਨੀਲ ਜੀ, ਆਪਾਂ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਕਿ ਮੈਂਟਲ ਹੈਲਥ ਬਹੁਤ ਵੱਡਾ ਕਾਰਨ ਆ ਅੱਜ ਕੱਲ੍ਹ ਦੀ ਜਿਹੜੇ ਬੱਚਿਆਂ ਦੇ ਵਿੱਚ ਜਾਂ ਫਿਰ ਵੱਡਿਆਂ ਦੇ ਵਿੱਚ ਵੀ, ਕਿਸੇ ਵੀ ਕੋਈ ਵੀ ਏਜ ਗਰੁੱਪ ਲਾ ਲਓ, ਮੈਂਟਲ ਹੈਲਥ ਇਜ਼ ਲਾਈਕ ਅ ਲੀਡਿੰਗ ਪ੍ਰੋਬਲਮ ਬਣ ਚੁੱਕੀ ਆ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ, ਵਟ ਇਜ਼ ਮੈਂਟਲ ਹੈਲਥ? रमन जी, तुझे क्वेश्चन पूछा है मानसिक सेहत क्या है जी। मानसिक सेहत को अगर इजी भाषा में समझाना चाहें तो हम कैसे सोचते हैं, हमारा थॉट प्रोसेस, हम कैसे महसूस करते हैं, हमारा फील करने का तरीका, हमारा सोचना और हमारा समझना और महसूस करना हमारी रोज की रोज एक्टिविटी पे क्या इम्पैक्ट करता है, वो होती है हमारी मानसिक सेहत जी। फॉर एग्जाम्पल, ਆਪਾਂ ਕਹਿੰਦੇ ਅੱਜ ਮੇਰਾ ਮਨ ਚੰਗਾ ਨਹੀਂ ਹੈ, ਅੱਜ ਮੈਂ ਜਿਮ ਨਹੀਂ ਜਾਂਦਾ, ਆਪਾਂ ਕਹਿੰਦੇ ਮਨ ਚੰਗਾ ਨਹੀਂ ਹੈ। ਹੁਣ ਮਨ ਕੀ ਹੈ? ਦੈਟ ਇਜ਼ ਯੋਰ ਮਾਨਸਿਕ ਸਿਹਤ। ਜੇ ਮੈਂ ਚੰਗਾ ਸੋਚੂੰਗਾ, ਚੰਗਾ ਮਹਿਸੂਸ ਕਰੂੰਗਾ ਤਾਂ ਮੈਂ ਚੰਗਾ ਕਰੂੰਗਾ, ਯਾਨੀ ਕਿ ਮੇਰੀ ਮਾਨਸਿਕ ਸਿਹਤ ਚੰਗੀ ਹੈ। ਆਪਾਂ ਕਹਿੰਦੇ ਨਾ ਲੈ ਵੀ ਇਹਦਾ ਤਾਂ ਪਰਵਰਿਸ਼ ਚੰਗੀ ਹੋਈ ਹੈ, ਕਿੰਨਾ ਚੰਗਾ ਸੋਚਦਾ ਮੁੰਡਾ, ਅੱਜ ਮਾਂ ਪਿਓ ਦੀ ਸੇਵਾ ਕਰਦਾ ਹੈ। ਯਾਨੀ ਕਿ ਆਪਾਂ ਇੱਕ ਸਿਸਟਮ ਜਨਰੇਟ ਕੀਤਾ ਹੋਇਆ ਵੀ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ, ਅਸੀਂ ਕਿਵੇਂ ਸੋਚਦੇ ਹਾਂ। ਸੋਚਣਾ ਤੇ ਮਹਿਸੂਸ ਕਰਨਾ ਸਾਡੇ ਕਰਨ ਤੇ ਕਿਵੇਂ ਅਸਰ ਕਰਦਾ ਹੈ, ਉਹ ਹੁੰਦੀ ਸਾਡੀ ਮਾਨਸਿਕ ਸਿਹਤ ਜੀ। ਜਦੋਂ ਲੋਕੀ ਸੋਸਾਇਟੀ 'ਚ ਆਪਣੀ ਗੱਲ ਕਰਦੇ ਆ ਨਾ, ਇਨ ਪਰਟੀਕੂਲਰ ਆਪਣੇ ਸਾਊਥ ਏਸ਼ੀਆ 'ਚ ਆਪਾਂ ਕਹਿੰਦੇ ਆ ਮੈਂਟਲ ਮੈਨੇ ਪਾਗਲ, ਆਪਾਂ ਕਰ ਦਿੰਦੇ ਆ ਸਟਿਗਮੇਟਾਈਜ਼, ਇੱਕ ਲੇਬਲ ਲਾ ਦਿੰਦੇ, ਮੋਹਰ ਲਾ ਦਿੰਦੇ ਬੰਦੇ ਦੀ ਤਾਂ ਪਾਗਲ ਹੈਗੇ, ਇਹਨਾਂ ਨਾਲ ਗੱਲ ਹੀ ਨਾ ਕਰੋ। ਉਹਦੇ ਕਰਕੇ ਰੋਮਨ ਜੀ ਆਪਣੀ ਸੋਸਾਇਟੀ ਦੇ ਵਿੱਚ ਇੱਕ ਬਹੁਤ ਵੱਡਾ ਸਟਿਗਮਾ ਹੈ, ਇੱਕ ਟੈਬੂ ਹੈ, ਜਿਹਦੇ ਬਾਰੇ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦਾ। ਤਾਂ ਹੀ ਵਾਸਤੇ ਅਸੀਂ ਸ਼ੁਰੂ ਕੀਤਾ ਹੈ ਦਿਲ ਦੀਆਂ ਗੱਲਾਂ ਕਮਿਊਨਿਟੀ ਸਰਵਿਸ। ਸੋ ਦਿਲ ਦੀਆਂ ਗੱਲਾਂ, ਤੁਸੀਂ ਨਾਮ ਬੜਾ ਸੋਚ ਕੇ ਰੱਖਿਆ, ਦਿਲ ਦੀਆਂ ਗੱਲਾਂ। ਇਹ ਕਾਹਤੋਂ ਰੱਖਿਆ ਤੁਸੀਂ? ਇਹ ਥਾਟ ਕਿੱਥੋਂ ਆਇਆ ਕਿ ਇਹ ਜਿਹੜੀ ਕਮਿਊਨਿਟੀ ਸਰਵਿਸ ਹੈ ਇਹਦਾ ਨਾਮ ਦਿਲ ਦੀਆਂ ਗੱਲਾਂ ਰੱਖਿਆ ਜਾਵੇ? ਰਿਸਰਚ ਇਹ ਕਹਿੰਦੀ ਹੈ ਜਦੋਂ ਆਪਾਂ ਇੱਕ ਸਟਿਗਮੇਟਾਈਜ਼ ਇਨਵਾਇਰਨਮੈਂਟ 'ਚ ਰਹਿੰਦੇ ਹਾਂ, ਜਿੱਥੇ ਆਪਾਂ ਨੂੰ ਲੱਗਦਾ ਹੈ ਮੈਂ ਕੋਈ ਗੱਲ ਕਹੂੰਗਾ ਤਾਂ ਮੈਨੂੰ ਮਾੜਾ ਹੀ ਸਮਝਿਆ ਜਾਏਗਾ ਜੀ, ਤਾਂ ਆਪਾਂ ਘੁੱਟ ਕੇ ਜਿੰਨੇ ਹਾਂ। ਘੁੱਟ ਮਤਲਬ ਹੋ ਗਿਆ ਆਪਾਂ ਆਦੇ ਆਪ ਨਾਲ ਹੀ ਗੱਲ ਕਰਦੇ ਹਾਂ, ਜਦਕਿ ਆਪਾਂ ਨੂੰ ਉਹ ਗੱਲ ਦੂਜੇ ਬੰਦੇ ਨਾਲ ਕਰਨ ਦੀ ਲੋੜ ਹੈਗੀ ਹੈ ਜੀ। ਆਪਾਂ ਡਾਕਟਰ ਕੋਲ ਨਹੀਂ ਜਾਂਦੇ, ਆਪਾਂ ਨੂੰ ਸ਼ਰਮਿੰਦਗੀ ਹੁੰਦੀ ਹੈ। ਆਪਾਂ ਪਰਿਵਾਰ ਵਿੱਚ ਗੱਲ ਨਹੀਂ ਕਰਦੇ, ਆਪਾਂ ਨੂੰ ਸ਼ਰਮਿੰਦਗੀ ਹੁੰਦੀ ਹੈ। ਇੱਥੇ ਹਸਬੈਂਡ ਵਾਈਫ ਨਾਲ ਨਹੀਂ ਗੱਲ ਕਰ ਪਾਉਂਦਾ, ਬੱਚੇ ਮਾਪੇ ਨਾਲ ਗੱਲ ਨਹੀਂ ਕਰ ਪਾਉਂਦੇ। ਕਿਉਂ? ਸਟਿਗਮਾ ਬਹੁਤ ਗਹਿਰਾ ਹੈ। ਜੇ ਕੋਈ ਜਵਾਕ ਕਹੇ ਨਾ ਪਾਪਾ ਮੈਂ ਲੋ ਫੀਲ ਕਰ ਰਿਹਾ, ਕਿਉਂ? ਤੈਨੂੰ ਕੀ ਹੋਇਆ? ਸਭ ਕੁਝ ਮਿਲਦਾ ਤੈਨੂੰ, ਘਰੇ ਰੋਟੀ ਮਿਲਦੀ ਹੈ, ਕੱਪੜੇ ਮਿਲਦੇ, ਤੈਨੂੰ ਕੀ ਹੋਇਆ? ਪਾਣੀ ਪੂਣੀ ਪੀ, ਠੀਕ ਹੋ ਜਾਊਗਾ। ਹਾਂ, ਪਾਣੀ ਪੂਣੀ। ਜਾਂ ਬੱਚਾ ਕਹਿੰਦਾ ਜੀ ਮੇਰਾ ਅੱਜ ਮਨ ਨਹੀਂ ਹੈਗਾ, ਆਪਾਂ ਕਹਿੰਦੇ ਯਾਰ ਆਲਸੀ ਹੋ ਗਿਆ। ਨੋ, ਉਹ ਆਲਸੀ ਨਹੀਂ ਹੋ ਗਿਆ, ਉਹਦੀ ਬੋਡੀ ਰਿਐਕਟ ਕਰ ਰਹੀ ਹੈ ਬਿਕੋਜ਼ ਆਫ ਮਾਨਸਿਕ ਸਿਹਤ ਇਜ਼ ਨੋਟ ਵਰਕਿੰਗ ਵੈਲ। ਕਈ ਵਾਰ ਤੁਹਾਡੇ ਨਾਲ ਹੁੰਦਾ ਨਾ ਰਮਨ ਜੀ, ਅੱਜ ਮੇਰਾ ਉੱਠਣ ਦਾ ਜੀ ਨਹੀਂ ਕਰਦਾ ਪਿਆ, ਆਈ ਐਮ ਫੀਲਿੰਗ ਲਾਈਕ ਸਮਥਿੰਗ ਇਜ਼ ਨੋਟ ਰਾਈਟ, ਟੂ ਲੋ। ਹੁਣ ਆਪਾਂ ਟੂ ਲੋ ਕਹਿ ਦਿੰਦੇ ਹਾਂ, ਬਟ ਐਗਜ਼ੈਕਟਲੀ ਉਹ ਕੀ ਹੈਗਾ ਨੋਬਡੀ ਕੈਨ ਡਿਸਕ੍ਰਾਈਬ ਜੀ। ਮੇਰੇ ਮਨ ਵਿੱਚ ਕੋਈ ਥੋਟ ਸਟਕ ਹੋ ਗਈ, ਮੈਂ ਓਵਰਨਾਈਟ ਥਿੰਕ ਕਰਦਾ ਪਿਆ ਸੀ ਕਿਸੇ ਗੱਲ ਦੇ ਉੱਤੇ, ਮੈਂ ਕੋਈ ਚੀਜ਼ ਦੀ ਓਵਰ ਐਕਸਪੈਕਟੇਸ਼ਨ ਕਰ ਲਈ ਜਿਹੜੀ ਮੇਰੀ ਪੂਰੀ ਨਹੀਂ ਹੋਈ, ਨਾਓ ਆਈ ਐਮ ਫੀਲਿੰਗ ਲੋ। ਅਗਰ ਲੋ ਫੀਲ ਕਰਦੇ ਹੋ, ਇਟ ਇਜ਼ ਨੋਰਮਲ। ਮੈਂ ਤੁਹਾਡੇ ਸਾਰੇ ਸ਼ਰੋਤਿਆਂ ਨੂੰ ਦੱਸਣਾ ਚਾਹੂੰਗਾ,
अगर ਤੁਸੀਂ लो फील करते हो, इट्स गुड, कंग्रेचुलेशन, यू आर अ ह्यूमन। बट प्रॉब्लम कहाँ आती है, जब आप लो फील करते हैं परंतु वो एक्सटेंडेड पीरियड के लिए करते हैं। जी अब आपका डे टू डे एक्टिविटी इंपैक्ट हो रहा है, आप खाना नहीं खा पा रहे, आप पहले टीवी देखना एंजॉय करते थे, अब टीवी देखना एंजॉय नहीं करते, पहले आप बीवी के साथ बैठ के बातें करते थे, वो बातें नहीं करते, पहले आप बच्चों को बाहर लेके जाते थे, अब आप बाहर नहीं लेके जाते। Now you are compromising your life. Now it's not good. Now it's becoming maybe depression, maybe some stress disorder, maybe some trauma। आप किसी चीज से उबरने की कोशिश कर रहे हैं बट तू हेल्प नहीं मांग रहे, तो वो प्रॉब्लम है, ये स्टिग्मा है। अगर मैं लो फील करना हूँ, अगर मेरी बॉडी के अंदर इंसुलिन हार्मोन कम है, तो मैं डॉक्टर से बोलता हूँ डॉक्टर साहब मुझे डिप्रेशन हो गया है, नहीं, मैं बोलता हूँ डॉक्टर साहब मेरी पता नहीं शुगर जी लगती, चेक कर लो। डॉक्टर कहना ਤੁਹਾਡਾ इंसुलिन हार्मोन घट गया, ਤੁਹਾਨੂੰ शुगर होगी, आप लोगों की शर्म थोड़ी आती है। सिमिलरली अगर मैं लो फील कर, डॉक्टर मुझे बोलते हैं सुनील मुझे लगता है यू आर गोइंग टू डिप्रेसिव एपिसोड, वॉच इट आउट, घूमने जाया कर, जो तुझे पसंद है वो किया कर, खुश रहने की कोशिश कर, इफ यू स्टिल फील यू आर नॉट कमिंग अप, लेट्स टॉक थ्रू इट। तो इसमें शर्म कहाँ आनी चाहिए, मेरी सेहत है, अगर मेरे को हाई ब्लड प्रेशर है, कैंसर है तो बड़ी शौक, मेरे को कैंसर हो गया, मेरे को शुगर होगी, मेरे को हाई ब्लड प्रेशर हो गया, मुझे कोई शर्म नहीं आती। जैसे मैं कहता हूँ आई एम फीलिंग लो, डिप्रेस, स्ट्रेस, लोग मेरे से दूर हो जाते हैं। जी ये हमारे समाज के अंदर एक पिक्चर बन गई है मानसिक सेहत को लेके। आपने प्रश्न किया था हमने नाम दिल दिया गल्ला क्यों रखा, जी मैंने बोला ना घुट घुट के जो जीता है ना जी, जी जब आप तकिए में मुंह देके अपने आप से बात करते हुए रो रहे हैं, बट किसी से बात करने के लिए आप में हिम्मत नहीं है, और सामने वाले व्यक्ति में वो धैर्य नहीं है, वो पेशेंस नहीं है कि वो हमारी बात को समझ सके, जी तो उस समय हम कहते हैं दिल दे गल्ला, लेट योर हार्ट टॉक, जी लेट योर हार्ट स्पीक थ्रू इट, लेट्स टॉक थ्रू इट। तो इसलिए नाम रखा गया दिल ਦੀਆਂ ਗੱਲਾਂ। ਬਹੁਤ ਹੀ ਸੋਹਣਾ ਨਾਮ ਆ ਦਿਲ ਦੀਆਂ ਗੱਲਾਂ। ਤੇ ਮੈਂ ਸਾਰੇ ਦਰਸ਼ਕਾਂ ਨੂੰ ਕਹਿਣਾ ਚਾਹੂੰਗੀ ਤੁਸੀਂ ਵੀ ਆਪਣੇ ਦਿਲ ਦੀ ਗੱਲ ਜ਼ਰੂਰ ਕਰਿਆ ਕਰੋ, ਕਿਸੇ ਵੀ ਨੇੜਲੇ ਦੇ ਨਾਲ ਗੱਲ ਕਰੋ, ਆਪਣੇ ਮਾਪਿਆਂ ਨਾਲ ਗੱਲ ਕਰੋ, ਆਪਣੇ ਪਾਰਟਨਰ ਨਾਲ ਗੱਲ ਕਰੋ, ਆਪਣੇ ਭੈਣ ਭਰਾ ਨਾਲ ਗੱਲ ਕਰੋ, ਜਿੰਨਾ ਵੀ ਗੱਲ ਕਰ ਸਕਦੇ ਹੋ ਆਪਣੇ ਦੋਸਤਾਂ ਨਾਲ ਗੱਲ ਕਰੋ, ਕਿਉਂਕਿ ਜਦੋਂ ਆਪਾਂ ਗੱਲ ਕਰਦੇ ਆ ਨਾ ਅੱਧੀਆਂ ਚੀਜ਼ਾਂ ਤਾਂ ਆਪਣੀਆਂ ਉਦਾਂ ਹੀ ਦੂਰ ਹੋ ਜਾਂਦੀਆਂ। ਹਾਂਜੀ ਆਪਣੇ ਦਿਮਾਗ ਦੇ ਵਿੱਚ ਬਹੁਤ ਕੁਝ ਚੱਲੀ ਜਾ ਰਿਹਾ ਵਾ, ਮੈਂ ਇਹ ਕਰ ਲਾਂ, ਮੈਂ ਉਹ ਕਰ ਲਾਂ, ਮੈਂ ਉਹ ਕਰ ਲਾਂ। ਸ਼ੇਅਰ ਇਟ ਵਿਦ ਸਮਬਡੀ, ਵੈਨ ਯੂ ਸ਼ੇਅਰ ਇਟ, ਕਈ ਵਾਰ ਉਹਨਾਂ ਦੇ ਕੋਲ ਉਸ ਚੀਜ਼ ਦਾ ਸੋਲੂਸ਼ਨ ਆਲਰੇਡੀ ਹੁੰਦਾ ਆ। ਹਾਂਜੀ ਸੋ ਇਹ ਗੱਲ ਤਾਂ ਹੈ। ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹੂੰਗੀ, ਜਿੱਦਾਂ ਹੁਣ ਤੁਸੀਂ ਕਿਹਾ ਗੱਲ ਨਹੀਂ ਕਰ ਪਾ ਰਹੇ ਹੈਗੇ, ਸੋ ਇਹਦੇ ਵਿੱਚ ਗਲਤੀ ਉਸ ਬੰਦੇ ਦੀ ਹੈ ਜਿਹੜਾ ਗੱਲ ਨਹੀਂ ਕਰ ਪਾ ਰਿਹਾ, ਜਾਂ ਫਿਰ ਗਲਤੀ ਉਸ ਬੰਦੇ ਦੀ ਹੈ ਜਿਹੜਾ ਸੁਣਨਾ ਨਹੀਂ ਚਾਹ ਰਿਹਾ? गलती आपनी है ਜੀ एज अ सोसाइटी। मैं खुद इस पार्ट ਦਾ ਹਿੱਸੇਦਾਰ ਹਾਂ, मैं भी इनकी जिम्मेदारी लेना चाहूँगा, साड़ी गलती है, ਜੀ ਕਿਉਂਕਿ ਅਸੀਂ ਬੱਚਿਆਂ ਨੂੰ ਸੰਸਕਾਰ ਹੀ ਦਿੱਤੇ, ਡਿਪਰੈਸ਼ਨ ਹੁੰਦਾ ਹੀ ਕੁਝ ਨਹੀਂ, ਜੀ ਤੈਨੂੰ ਸਭ ਕੁਝ ਤਾਂ ਮਿਲਦਾ ਪਿਆ, ਕੱਪੜੇ ਲੱਤੇ ਹੈਗੇ ਆ, रोटी हैगी है, ਕੀ ਤੈਨੂੰ ਕਾਹਦਾ ਪਰੇਸ਼ਾਨ है, ਕੀ सोचिए ना आलसी कर चल खड़ा हो जा। हम उसको एक्सेप्ट ही नहीं कर सकते भी हमारी लाइफ में भी कोई अप एंड डाउन मूवमेंट आ सकते हैं। लोगों में के अंदर नॉलेज गैप बहुत बड़ा है, जी तो मेरे में हिम्मत नहीं है मैं कह सकूं, क्योंकि मुझे बताया गया है अगर मैं बताऊंगा तो मैं वीक दिखूंगा, लोग मेरे को एक बुरी निगाह से देखेंगे, और आपको जो बताया गया इस तरह की बातें सुननी नहीं है, इस तरह की बातें एग्जिस्ट ही नहीं करती। तो ये दो लड़ाइयाँ लड़ते हैं, तो कैसे पूरी होगी? नॉलेज। अगर मुझे नॉलेज दी जाएगी कि हाय सुनील अगर तू डिप्रेस फील कर रहा है, नथिंग रॉन्ग इन टू इट, इफ यू नीड हेल्प गो एंड आस्क हेल्प। और रोमन को ये एजुकेशन दी जाती है, हे रोमन अगर कोई लो फील कर रहा है तो इट्स ओके, वो लो फील कर रहा है, तुम नहीं कर रहे, उसकी जिंदगी है, तुम्हारी नहीं है। अगर वो तुमसे कुछ कहना चाहता है तो सुन लो, जज मत करो, तुम डॉक्टर नहीं हो, तुम भगवान नहीं हो, जी यू आर अ ह्यूमन। भगवान ने दो कान दिए हैं, एक मुंह दिए हैं, सुनो ज्यादा बोलो कम। हम राय देने लगते हैं, जैसे बोलते हैं यार मैं लो फील कर रहा हूं, अच्छा मेरी मासी दी मुंडे नहीं सीखा, उन्हें आके उनकी गल आप सुनते नहीं, वी कट हिम ऑफ। जी ये स्टिग्मा है, ये हम एक बायस इन्वायरमेंट में जी रहे हैं आज की डेट के अंदर। ये स्टिग्मा बात करने में लगता है 2 लाइनों में खत्म हो गया, बट व्हेन यू गो टू कम्युनिटी रोमन जी, इट्स वे टू डीप, सो ट्रू। वे टू डीप। बात आप, मैं आपसे पूछता हूँ, आप एक होस्ट हैं, एक शो रन करती हैं, एक सोशल एनिमल है, सामाजिक जी। प्राणी हैं आप मुझे बताइए, डू यू हैव अ करेज इफ यू आर फीलिंग लो टू गो एंड टेल? मैं जेकर आई नो आई अपनी एम गल पुटिंग इन द करा स्पॉट, जी जस्ट नो आस्किंग यू। ਬਿਲਕੁਲ ਸਹੀ ਗੱਲ ਆ। ਲਾਈਕ ਮੈਂ ਕਿਸੇ ਨਾਲ ਵੀ ਕੋਈ ਵੀ ਗੱਲ ਕਰਨੀ ਹੋਗੀ ਮੈਂ ਲੱਖ ਵਾਰ ਸੋਚੂੰਗੀ ਕਿ ਅਗਲਾ ਬੰਦਾ ਮੈਨੂੰ ਜੱਜ ਤਾਂ ਨਹੀਂ ਕਰਦਾ, ਜੇਕਰ ਮੈਂ ਇਹਦੇ ਨਾਲ ਇਹ ਗੱਲ ਕਰੂੰਗੀ ਇਜ਼ ਲਾਈਕ ਐਪਰੋਪ੍ਰੀਏਟ ਟੂ ਟੈਲ them, ਲਾਈਕ ਇਹ ਇਸ ਬਾਰੇ ਕਿੱਦਾਂ ਰਿਐਕਟ ਕਰੂਗਾ। ਵੀ ਥਿੰਕ ਅ ਲੋਟ, ਕਿਉਂਕਿ
ਅਗਲੇ ਬੰਦੇ ਦੀ ਆਪ ਨੂੰ ਰਿਸੈਪਟਿੰਗ ਪਾਵਰ ਨਹੀਂ ਪਤਾ ਹੁੰਦੀ ਕਿ ਉਹਨੇ ਉਹ ਚੀਜ਼ ਨੂੰ ਕਿਵੇਂ ਲੈ ਕੇ ਜਾਣਾ ਆ। ਜ਼ਰੂਰ ਇੱਕ ਡਰ ਵੀ ਹੁੰਦਾ ਵਾ ਕਿ ਜੇਕਰ ਆਪਾਂ ਕਿਸੇ ਬੰਦੇ ਨਾਲ ਕੋਈ ਗੱਲ ਕਰਾਂਗੇ ਉਹ ਆਪਣੇ ਤੋਂ ਦੂਰ ਹੋ ਜਾਊਗਾ, ਕਿਉਂਕਿ ਮੇਰਾ ਇਹ ਮੰਨਣਾ ਜਿੰਨੀ ਦੇਰ ਤੱਕ ਆਪਾਂ ਕਿਸੇ ਦੇ ਨਾਲ ਖੁਸ਼ ਆ ਪੀਪਲ ਆਰ ਅਰਾਊਂਡ, ਬਟ ਜਿੱਦਾਂ ਹੀ ਆਪਾਂ ਆਪਣੀ ਦੁੱਖ ਨੈਗੇਟਿਵ ਸਾਈਡ ਸ਼ੇਅਰ ਕਰਦੇ ਆ ਪੀਪਲ ਟੈਂਡ ਟੂ ਲਾਈਕ ਪੁੱਲ them away। सो ये चीज किते ना किते ये जरूर आती मैं है। आपके दर्शकों को एक बात कहना चाहूँगा। अगर रोमन जी जो एक हाईली एजुकेटेड है, एक शो में काम करते हैं, एक सामाजिक लोगों से घिरे हुए रहते हैं, उनके ये खुद के ओपिनियन है, ये मेरी ओपिनियन नहीं है, मेरा इन्फ्लुएंस नहीं है, एंड शी इज राइट। उनमें इतनी हिम्मत है। आई रियली अप्रिशिएट रोमन जी दैट शी कैन एडमिट दैट ऑन द टीवी दैट यस शी आल्सो हैज गॉट दैट स्टिग्मा। तो रोमन जी लेट्स स्टार्ट फ्रॉम हियर जी अगर आपको किसी को कुछ कहना है ना तो 3 चीज़ याद रखें, ये आपकी प्रॉब्लम है। जी अगर आप बताएंगी तो शायद हल्की हो जाए, नहीं बताएंगे तो आपके पास तो है ही। जी तो हेयर द विन विन सिचुएशन फॉर यू। जी लेकिन आपने एक बहुत बड़ी बात की, मैं 1000 बार सोचांगी। जी इन साइकोलॉजी व्हाट वी कॉल इट सेफ स्पेस। जी हर व्यक्ति को एक सेफ स्पेस होना बहुत जरूरी होता है, So true. जहां जाकर वो बेहिचक अगर उसने कोई गलती भी की वो कह सके मैनू पता है मैं गलत किया जी। बट मेरे तो हो गया, मैं हुण इस गल तो बहुत परेशान हाँ। ਉਹਨੇ ਗਲਤੀ ਕਰ ਲਈ, ਆਪਾਂ ਉਹਨੂੰ ਗਲਤੀ ਵਾਸਤੇ ਰੈਕਟੀਫਾਈ ਕਰ ਸਕਦੇ ਹਾਂ, ਪਰ ਉਹਨੂੰ ਪਰੇਸ਼ਾਨ ਹੋਣ ਕਿਉਂ ਦਈਏ ਆਪਾਂ? जी दैट इज द क्वेश्चन। मैं नहीं कहता भी मेरे तो गलती नहीं हुई कि तेरी तो गलती नहीं हुई, बट यू कैन नॉट कैरी दैट मिस्टेक होल लाइफ ऑन योर हार्ट। so true। No, you don't pay price for whole life because you are not alone. There are people attached to your life, your family, your husband, wife, if you are married, your kids, your parents, if you are not married or if married. So many things attached to you. जी। You cannot punish yourself for whole life. प्रॉब्लम क्या है, हम अपने को सेल्फ क्रिटिसिज्म करते रहते हैं, जी अपनी गलती अपने को बताते हैं, उसका हल नहीं है। मैं अपनी गलती आपको बताऊंगा, हे रोमन आई मेड दिस मिस्टेक, जी आई रियली वांट टू टेल यू मैन। सो नाउ मैंने अपने दर्द को हल्का कर लिया। अगर मैं अपने आप को बताता रहूंगा आई कीप एडिंग मोर वेट टू माई सेल्फ, जी एंड व्हाट विल हैपन? अगर मैं डिप्रेशन में था तो मैं चला जाऊंगा मेजर डिप्रेसिव डिसऑर्डर में एंड आई विल बी एट रिस्क टू टेक माई लाइफ। ਜਦੋਂ ਆਪਾਂ ਗੱਲ ਕਰਦੇ ਆ ਸੁਸਾਈਡ ਦੀ, ਇਟਸ ਅ ਵੈਰੀ ਹੈਵੀ ਵਰਡ। ਸੁਸਾਈਡ ਇਟਸ ਅ ਵੈਰੀ ਹੈਵੀ ਡਿਸੀਜਨ ਟੂ ਮੇਕ। ਸੁਸਾਈਡ ਬੰਦੇ ਦੀ ਉੱਥੇ ਮਾਨਸਿਕ ਸਥਿਤੀ ਕਿਹੋ ਜਿਹੀ ਹੋ ਜਾਂਦੀ ਆ ਕਿ ਜਿਹੜਾ ਉਹ ਆਪਣੀ ਜਾਨ ਲੈਣ ਨੂੰ ਮਜਬੂਰ ਹੋ ਜਾਂਦਾ ਆ। आपने एक प्रश्न पूछा है, वो प्रश्न सभी के सामने, मेरे सामने भी सेम ही प्रश्न है। जस्ट थिंक, आदमी कहता है मैंने जिंदा नहीं रहना, मुझे कुछ बताना नहीं है मेरे साथ क्या हो रहा है, आई विल टेक माई लाइफ। ਇਜ਼ ਇਟ ਲਾਈਕ ਉਹਨਾਂ ਦੇ ਵਿੱਚ ਉਹ ਗਟਸ ਨਹੀਂ ਸੀ, ਹਿੰਮਤ ਨਹੀਂ ਸੀ, ਦੇ ਵਰ ਲਾਈਕ ਟੂ ਵੀਕ ਟੂ ਐਡਰੈਸ ਦੈਟ ਕਿ ਜਿਹੜਾ ਉਹ ਆਪਣੀ ਜਾਨ ਲੈ ਰਹੇ। ਬਟ ਜਾਨ ਲੈਣਾ ਇਜ਼ ਬਹੁਤ ਵੱਡਾ ਕਦਮ ਆ। ਉਹ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਬੰਦਾ ਬਹੁਤ ਵੀਕ ਆਉਂਦੇ ਆਪਣੀ ਜਾਨ ਲੈਣੀ, ਕਿਉਂਕਿ ਦਿਸ ਇਜ਼ ਅ ਸੋਲਿਡ ਸਟੈਪ दैट यू आर टेकिंग। अच्छा, सो आप- वीकनेस कितने आ रही है? आप खुद इसको कॉन्ट्रेडिक्ट कर रही हैं। जी वो बहुत वीक था इसलिए जान लिया, वो बहुत ताकतवर था इसलिए जान ली? जी। नहीं, एक वर्ड है उसको बोलते हैं एक्वायर्ड हेल्पलेसनेस। जी जब इंसान को लगता है अब मेरे पास कोई रास्ता ही नहीं है, जी तब वो अपनी जिंदगी का अंत करते हैं। मैं दोबारा इस लाइन को दोहराना चाहूंगा, जब मुझे लगता है मेरे पास कोई रास्ता ही नहीं है, एक्वायर्ड हेल्पलेस, मैंने अपने मन में सोच लिया है कोई इसका हल नहीं है। क्यों? मैंने बात तो किसी से की नहीं। जी सी द रूट कोज इज देयर, बात तो की नहीं है पर मैंने एक हेल्पलेसनेस को एक्वायर कर लिया समाज को देखकर भी मेरे को कोई हेल्प करने वाला नहीं है, बेटर आई शुड टेक इट ऑफ। ਤੇ ਮੈਂ ਇੱਥੇ ਆਈ ਵਿਲ ਟੇਕ ਅ ਮੂਮੈਂਟ ਐਂਡ ਆਸਕ ਯੂ, ਦਿਲ ਦੀਆਂ ਗੱਲਾਂ ਮੈਂਟਲ ਹੈਲਥ ਲਈ ਕੰਮ ਕੀ ਕਰ ਰਹੀਆਂ ਨੇ? ਇਹ ਜਿਹੜੇ ਲੋਕ ਇਹਨਾਂ ਗੱਲਾਂ ਵਿੱਚੋਂ ਗੁਜ਼ਰ ਰਹੇ ਨੇ, ਡਿਪਰੈਸ਼ਨ, ਐਂਗਜ਼ਾਇਟੀ, ਸੁਸਾਈਡਲ ਥਾਟਸ ਐਂਡ ਮੈਨੀ ਮੋਰ, ਦਿਲ ਦੀਆਂ ਗੱਲਾਂ ਸਰਵਿਸ ਕਮਿਊਨਿਟੀ ਕੀ ਇਨੀਸ਼ੀਏਟਿਵ ਲੈ ਰਹੀ ਆ? व्हाट दे एक्चुअली डू? सो दिल दे गल्ला कम्युनिटी सर्विस के 2 मैंडेट है। पहला, हम लोगों को एजुकेट करते हैं वाया मीडिया। जैसे आज जी। हम आपकी टीवी पर आए हैं, मैं बाकी सभी जगह पे जाता हूँ जहाँ पे हमें ऑडियंस सुन सकती है, जी हम उनको एजुकेट करते हैं मानसिक स्थिति होती क्या है। जी उस एजुकेशन के थ्रू हम उम्मीद करते हैं हम इस स्टिग्मा को तोड़ पाएंगे। जी तो 2 मैंडेट हो गए, एजुकेशन एंड ब्रेकिंग द स्टिग्मा। जी अब तीसरी चीज है जो मैंने बात की, जब उसको लगता है भी मेरे आगे कोई है ही नहीं बात करने वाला, आपने बोला मैं हजारों में से ढूंढ के बात करूंगी, जी। सोचूंगी किससे बात करनी जी। है, तो वो वर्ड होता है सेफ स्पेस। जी तो आपको सुनकर खुशी होगी रोमन जी, हमने एक जनवरी में एक फंड रेजिंग इवेंट किया था, कुछ जी। फंड रेज किए थे, बहुत सारे लोगों ने $10 से लेके हमें $100 तक की हेल्प की थी। हमने एक
उस सारे पैसे को इकट्ठा किया, कुछ रिसर्च की, जी एंड यूल बी ग्लैड हम पहली बार इस कंट्री कनाडा के अंदर लॉन्च कर रहे हैं ऑनलाइन प्लेटफॉर्म टू गेट पीयर सपोर्ट एट नो कॉस्ट। कोई पैसे नहीं चाहिए, कोई पैसे नहीं देने आपने, आपने सिर्फ बात करनी है उस व्यक्ति से जिसको आप जानते भी नहीं है, लेकिन वो एक पीयर होगा। रोमन जी, क्वेश्चन हमसे बार बार पूछा जाता है व्हाट इज पीयर ग्रुप। जी तो पीयर वो व्यक्ति है जो या तो खुद इस जर्नी से गुजरा हो, जिसने देखा हो डिप्रेशन का क्या दर्द होता है, बात नहीं कर पाने का क्या पेन होता है, सफरिंग क्या होती है, या जिसने मेडिकेशन ली है, दवाइयाँ ली है, काउंसलिंग ली है, वो अब ठीक हो गया है। तो वो व्यक्ति आज हमारी तरफ बढ़ सकता है, हमसे कांटेक्ट कर सकता है और हमारा एक पीयर बन सकता है। वो 1 घंटे से लेके 10 घंटे तक एक महीने में डोनेट कर सकता है। हमने एक एआई बेस्ड वेबसाइट बनाई है जिसके जी अंदर लोग जाकर पीयर के बारे में पढ़कर, उनकी जर्नी को पढ़कर उससे टाइम बुक कर सकते हैं और उनसे बात कर सकते हैं। ਜੀ ਤੇ ਆ ਜਿਹੜਾ ਪੀਅਰ ਮੈਂਬਰ ਕਿਵੇਂ ਬਣਿਆ ਜਾ ਸਕਦਾ? ਆਰ ਯੂ ਹਾਇਰਿੰਗ ਫॉर them too ਕੀ ਕੋਈ Right ਪੀਅਰ now, ਮੈਂਬਰ ਬਣ ਸਕਦਾ? रोमन जी, आई वेलकम यू, आई वेलकम एवरीबडी थ्रू योर स्टूडियो। जी हर वो व्यक्ति पीयर ग्रुप बन सकता है जिसके पास 2 चीज होनी मैंडेटरी। ए, या तो उसने इस जर्नी को जिया हो या किसी अपने की हेल्प की हो, उसे पता हो ये जर्नी क्या है, जी या वो व्यक्ति जिसके पास क्वालिफिकेशन हो, रजिस्टर्ड काउंसलर हो, यूथ काउंसलर हो, सोशल वर्कर हो, जी कोई डिप्लोमा या क्रेडेंशियल्स कैरी करता हो। जी विश्वास बहुत बड़ी चीज है। जी या तो मैं इस जर्नी से निकला हूँ, मैंने इस अंधेरी गुफा से गुजर के देखा है, ये बहुत पेन वाली है, पर मुझे ये पता है इस गुफा के लास्ट में लाइट है, जी तो मैं उस व्यक्ति की बात सुन पाऊंगा एज अ पीयर, या मुझे नॉलेज है, मैं उसको बता पाऊंगा लाइट इज देयर, लेट्स वॉक थ्रू इट। जी तो मैं एक पीयर बन सकता हूँ। तो हर वो व्यक्ति जो पीयर बनना चाहता है वो हमारी वेबसाइट पे www.the दिल दियां गल्ला के पहले 3 लेटर ddg.ca। तो ddg.ca पे जाकर स्क्रॉल डाउन करेंगे तो बॉटम में एक फॉर्म है जिसके अंदर आप हमें अपनी इंफॉर्मेशन शेयर करते हैं, उसको हम रिव्यू करते हैं। हमें 47 लोगों ने अप्लाई किया, हमने 23 लोगों को कंफर्मेशन दी है जी। टू बी अवर पीयर। हम चाहते हैं वो लोग हमसे जुड़ें जो सच में समाज की सहायता करना चाहते हैं। ये एक वॉलेंट्री सर्विस है, नीदर आई एम पेड नॉर यू विल बी पेड। हम लोग क्या कर रहे हैं, एक आपसे स्टोरी शेयर करता हूँ रोमन जी। जी मैं गुरुद्वारे में गया दिल दियां गल्लां की बात करने, एक आंटी जी। जी से मैंने पूछा, आंटी जी गुरुद्वारे क्यों आंदे हो? ਕਹਿੰਦੇ ਮਨ ਦੀ ਸ਼ਾਂਤੀ ਲਈ। ਜੀ ਮੈਂ ਆਂਟੀ ਮਨ ਸ਼ਾਂਤ ਕਿਵੇਂ ਹੁੰਦਾ ਇੱਥੇ ਆ ਕੇ? ਕਹਿੰਦੇ ਪੁੱਤ ਇੱਥੇ ਆ ਕੇ ਨਾ ਮੈਂ ਆਦੀ ਜੋ ਮੈਨੂੰ ਘਰ ਦੀ ਕੋਈ ਪਰੇਸ਼ਾਨੀ ਹੈ, ਗੱਲਬਾਤ ਹੈਗੀ ਹੈ, ਮੈਂ ਬਾਬਾ ਜੀ ਅੱਗੇ ਰੋ ਲੈਂਦੀ ਆ ਪੀੜ ਅੱਗੇ ਤੇ ਮੈਨੂੰ ਮਨ ਹਲਕਾ ਹੋ ਜਾਂਦਾ ਮੇਰਾ। ਮੈਂ ਆਂਟੀ ਬਾਬਾ ਜੀ ਗੱਲ ਕਰਦੇ ਅੱਗੋਂ, ਕਹਿੰਦੇ ਬਸ ਇਹਦਾ ਰੂਹ ਦਾ ਕਨੈਕਸ਼ਨ ਹੁੰਦਾ ਕਾਕਾ ਤੇ ਮੇਰਾ ਮਨ ਹਲਕਾ ਹੋ ਜਾਂਦਾ ਹੈ। ਸੋਚ ਕੇ ਦੇਖੋ ਤੁਸੀਂ, ਹਜੇ ਤਾਂ ਬਾਬਾ ਜੀ ਗੱਲ ਨਹੀਂ ਕਰਦੇ, ਆਪਾਂ ਕਹਿੰਦੇ ਹਰ ਇਨਸਾਨ 'ਚ ਰੱਬ ਵਸਦਾ ਹੈ। ਜੀ ਜੇ ਆਪਾਂ ਕਿਸੇ ਦੀ ਗੱਲ ਸੁਣਨ ਜੋਗੇ ਹੋ ਜਾਾਂਗੇ, ਜੋ ਜੀ। ਸਾਡੇ ਅੱਗੇ ਰੋ ਪਊਗਾ ਤੇ ਉਸ ਤੋਂ ਬਾਅਦ ਹੱਸ ਪਏਗਾ, ਤਾਂ ਤੁਸੀਂ ਮੰਨੋ ਤੁਸੀਂ ਰੱਬ ਨੂੰ ਹਸਾਤਾ। ਇਹ ਪੀਅਰ ਬਣਨ ਦਾ ਕੰਮ ਇੰਨਾ ਵੱਡਾ ਹੈ। ਜੀ ਪੀਅਰ ਬਣ ਕੇ ਤੁਸੀਂ ਯੂ ਕੈਨ ਗਿਵ ਬੈਕ ਟੂ ਗੋਡ। ਜੀ ਇਨਸਾਨ ਨਾਲ ਗੱਲ ਕਰਨਾ, ਜਿਹਦੇ ਕੋਲ ਕੋਈ ਬੰਦਾ ਹੈ ਨਹੀਂ ਗੱਲ ਕਰਨ ਦਾ, ਇਹ ਤੁਹਾਡੀ ਨੀਮਤ ਕੋਈ ਨਹੀਂ ਹੁੰਦੀ। ਤੁਸੀਂ ਰੱਬ ਦਾ ਰੋਲ ਪਲੇ ਕਰ ਰਹੇ ਹੋ। ਜੇ ਲੋਕੀ ਗੁਰਦੁਆਰੇ ਜਾ ਕੇ ਰੋਂਦੇ ਆ ਨਾ, ਉਹ ਤੁਹਾਡੇ ਅੱਗੇ ਆ ਕੇ ਰੋ ਲੈਣਗੇ ਨਾ, ਤੁਸੀਂ ਰੱਬ ਦਾ ਰੋਲ ਪਲੇ ਕਰ ਰਹੇ ਹੋ। ਮੈਂ ਤੁਹਾਨੂੰ ਬਿਲਕੁਲ ਦੋ ਹੱਥਾਂ ਨਾਲ ਨਿਵੇਦਨ ਕਰਦਾ, प्लीज डोनेट योर टाइम, बी अ पीयर विद अस, वी नीड 100 पीपल। और रोमन जी ये 2 लड़ाई हैं। जी पहली लड़ाई तो ये है हमें पीयर हायर करने हैं, जी फिर 22 तारीख के बाद हमने इसको ओपन करना है ताकि लोग बुकिंग कर सके। जी। वो दूसरी लड़ाई है। जी आप सोचो किसी को जाके कहना भी मुझे लगता है तू डिप्रेस है, बात कर ले, वो तो ऑलरेडी स्टिग्मा में है, वो बात कैसे करेगा? जी तो अगर आप हमारे पीयर बन भी गए, हो सकता है शायद हम आपका टाइम यूज नहीं कर पाए, क्योंकि हमारी दूसरी लड़ाई बहुत बड़ी है। उसमें हमें आपकी और जो आप देख रहे हैं आप सबकी जरूरत है। अगर आप खुद सब कुछ अच्छा कर रहे हैं, जस्ट शेयर द वर्ड आउट। सिर्फ इस इंफॉर्मेशन को शेयर कर दीजिए लोगों से। आपको नहीं पता कौन व्यक्ति एकदम एज पे है, और शायद वो हमसे बात कर ले और अपनी जिंदगी में कुछ सही डायरेक्शन में चला जाए, गलत दिशा में नहीं जाए। क्योंकि वो एक कहते हैं ना, आखिर में मरता कौन है, एक बहुत बड़े शायर कहते हैं, जी आखिर में मरता कौन है, वो जो इस दुनिया से चला गया या वो जो उसके साथ थे और अभी तक जिंदा है, जो उसको हर दिन याद करते हैं, उसकी बातों को याद करते हैं, उसकी मुलाकातों को याद करते हैं, जी उनके लिए जीना मुश्किल है। जो चला गया वो तो खत्म हो गया ना, जी। तो आखिर मरता कौन है? तो मरता वो है जो जिंदा रह जाता है। जी कि जो मर गया ना, उसे नहीं पता पीछे क्या है,
और जो जिंदा रह के उसको याद करता ना कि काश मैंने उससे बात की होती, वो जो काश, दैट इज द की वर्ड। तो आज हम आपको मौका दे रहे हैं, आप हमारे साथ पीयर के रूप में जुड़ सकते हैं। पीयर ग्रुप में जुड़ के आप एक भगवान का रोल अदा कर सकते हैं, क्योंकि जो आपसे बात करेगा ना उसको हम कॉल करते हैं ह्यूमन, इंसान। तो देखिए आपके पास आज एक मौका है, साझा टीवी के जरिए मुझे एक ये मौका मिला आपसे बात कहने का। प्लीज ज्वाइन माई हैंड। ये एक बहुत पुण्य का काम है। किसी रोते को हंसा के देखिए, कहते हैं ना गरीबों को खाना खिलाते दुआ मिलती है, तो यहाँ आपको बहुत दुआएं मिलने का मौका मिल सकता है। और आप अगर खुद इस जर्नी से गुजरे हैं ना, प्लीज हेल्प, प्लीज हेल्प। दिल दिया गल्ला मन में भरकर मत जिए, मन भरकर जिए। एक ही जीवन मिला है, इसे सार्थक बनाते हैं और किसी का भला करते हैं। रोमन जी, अगर आप भी अपने दर्शकों से एक निवेदन कर दें। जी बिल्कुल वी रियली नीड 100 पीपल टू ज्वाइन एज अ पीयर। ਜੀ ਬਿਲਕੁਲ ਸਹੀ ਗੱਲ ਆ ਜੀ। ਜਦੋਂ ਆਪਾਂ ਕਿਸੇ ਦੀ ਵੀ ਮਦਦ ਕਰਦੇ ਆ, ਆਪਾਂ ਕਿਸੇ ਵੀ ਤਰੀਕੇ ਦੇ ਨਾਲ ਸੇਵਾ ਕਰਦੇ ਆ, ਤੇ ਉਹ ਆਪਣੇ ਕੋਲ ਮੁੜ ਕੇ ਜ਼ਰੂਰ ਆਂਦਾ ਵਾ। ਕਹਿੰਦੇ ਆ ਨਾ, ਕਰਮ ਕਰ ਫਲ ਦੀ ਚਿੰਤਾ ਨਾ ਕਰ। ਸੋ ਕਰਮ ਕਰੋ। ਜੇਕਰ ਤੁਸੀਂ ਆਪਣੀ ਲੜਾਈ ਇਕੱਲੇ ਲੜੀ ਆ, ਇੱਦਾਂ ਕਰੋ ਕਿ ਘੱਟੋ ਘੱਟ ਇੱਕ ਜਣਾ ਇਹ ਲੜਾਈ ਇਕੱਲੇ ਨਾ ਲੜੇ, ਤੁਸੀਂ ਉਹਦੇ ਲਈ ਉੱਥੇ ਖੜ ਸਕੋ, ਕਿਉਂਕਿ ਤੁਹਾਨੂੰ ਪਤਾ ਵਾ ਇਹਦਾ ਦਰਦ ਕਿੰਨਾ ਹੁੰਦਾ ਆ। ਆਪਾਂ ਹੁਣ ਹਰ ਆਂਦੇ ਹਫਤੇ ਦੇਖਦੇ ਆ ਕਿ ਕਿਸੇ ਮੁੰਡੇ ਨੇ ਸੁਸਾਈਡ ਕਰ ਲਈ। 4 ਦਿਨ ਪਹਿਲਾਂ ਆਇਆ ਮੁੰਡਾ, ਉਹਨੇ ਸੁਸਾਈਡ ਕਰ ਲਈ। ਕੁੜੀ ਨੇ 6 ਮਹੀਨੇ ਪਹਿਲਾਂ ਆਈ ਆ, ਸੁਸਾਈਡ ਕਰ ਲਈ। ਮੈਂਟਲ ਹੈਲਥ ਬਹੁਤ ਬੁਰੀ ਹੋ ਗਈ ਸੀ ਉਹਨਾਂ ਦੀ, ਜਾਨ ਲੈ ਲਈ। ਇਹ ਸੋਚੋ, ਤੁਸੀਂ ਤਾਂ ਇੱਥੇ ਬੈਠੇ ਆਪਣੀ ਜਾਨ ਲੈ ਲੈਂਦੇ ਹੋ, ਜਿਹੜੇ ਇੰਡੀਆ ਤੁਹਾਡੇ ਮਾਪੇ ਬੈਠੇ ਆ, ਤੁਹਾਡਾ ਪਰਿਵਾਰ ਬੈਠਾ, ਜਿਨ੍ਹਾਂ ਨੇ ਇੰਨੇ ਸੁਪਨੇ ਲੈ ਕੇ, ਇੰਨੇ ਸੁਪਨੇ ਸਜਾ ਕੇ ਤੁਹਾਨੂੰ ਇੰਨੀ ਦੂਰ ਆਪਣੇ ਤੋਂ ਭੇਜਿਆ ਵਾ, ਆਪਣੇ ਦਿਲ ਤੇ ਪੱਥਰ ਰੱਖ ਕੇ ਭੇਜਿਆ ਕਿ ਮੇਰਾ ਮੁੰਡਾ, ਮੇਰੀ ਕੁੜੀ ਨੇ ਮੇਰਾ ਨਾਮ ਰੌਸ਼ਨ ਕਰਨਾ ਵਾ, ਬਹੁਤ ਵੱਡੀਆਂ ਵੱਡੀਆਂ ਮੱਲਾਂ ਮਾਰਨੀਆਂ ਵਾ, ਕੰਮ ਕਰਨੇ ਆ ਏਡੇ ਵੱਡੇ ਵੱਡੇ। ਤੁਸੀਂ ਉਹਨਾਂ ਨੂੰ ਇਹ ਸਲਾਹ ਦਿਓਗੇ ਆਪਣੀ ਜਾਨ ਲੈ ਕੇ? ਪਹਿਲੀ ਗੱਲ ਤਾਂ, ਜੇਕਰ ਤੁਹਾਨੂੰ ਮੈਂਟਲ ਹੈਲਥ ਤੋਂ ਕੋਈ ਵੀ ਪ੍ਰੋਬਲਮ ਆ ਰਹੀ ਆ, ਤੁਸੀਂ ਡਿਪਰੈਸ਼ਨ ਚੋਂ, ਐਂਗਜ਼ਾਇਟੀ ਆ ਜਿਹੜੀ ਹੋ ਜਾਂਦੀ ਆ, ਇਟਸ ਨਾਰਮਲ ਥੀਸ ਡੇਜ਼, ਪਰ ਗੱਲ ਕਰੋ, ਸ਼ੇਅਰ ਇਟ। ਦਿਲ ਦੀਆਂ ਗੱਲਾਂ ਕਮਿਊਨਿਟੀ ਸਰਵਿਸ ਤੁਹਾਡੇ ਲਈ ਇੰਨਾ ਸੋਹਣਾ ਇਨੀਸ਼ੀਏਟਿਵ ਲੈ ਕੇ ਆਈ ਆ, ਉਹਨਾਂ ਦੇ ਨਾਲ ਤੁਰੋ। ਜੇਕਰ ਤੁਸੀਂ ਮਦਦ ਕਰ ਸਕਦੇ ਹੋ, ਬੀ ਅ ਪੀਅਰ ਮੈਂਟਰ। ਜੇਕਰ ਤੁਹਾਨੂੰ ਮਦਦ ਚਾਹੀਦੀ ਆ ਤਾਂ ਪਹੁੰਚੋ ਇਹਨਾਂ ਦੇ ਕੋਲ। ਇਹਨਾਂ ਦੀ ਵੈਬਸਾਈਟ ਦੱਸੀ ਹੈ www.theddg.ca। ਇਹ ਵੈਬਸਾਈਟ ਤੇ ਜਾ ਕੇ ਤੁਸੀਂ ਇਹਨਾਂ ਬਾਰੇ ਹੋਰ ਵੀ ਜਾਣਕਾਰੀ ਲੈ ਸਕਦੇ ਹੋ। ਤੇ ਆਓ ਰਲ ਮਿਲ ਕੇ ਇਹ ਲੜਾਈ ਲੜਦੇ ਆ। ਇਹ ਇੱਕ ਬੰਦੇ ਦੀ ਨਹੀਂ ਲੜਾਈ ਹੈਗੀ, ਇਹ ਪੂਰੀ ਸੋਸਾਇਟੀ ਦੀ, ਪੂਰੀ ਕਮਿਊਨਿਟੀ ਦੀ ਲੜਾਈ ਆ। ਜਿਹੜੇ ਆਪਾਂ ਹੱਥ ਵਿੱਚ ਹੱਥ ਲੈ ਕੇ ਜੇਕਰ ਅੱਗੇ ਇਕੱਠੇ ਵਧਾਂਗੇ ਤਾਂ ਹੀ ਲੜ ਹੋਣੀ ਆ। ਕੱਲਾ ਬੰਦਾ ਇਹ ਲੜਾਈ ਨਹੀਂ ਜਿੱਤ ਸਕਦਾ। ਆਓ ਮਦਦ ਕਰਦੇ ਆ, ਦਿਲ ਦੀਆਂ ਗੱਲਾਂ ਕਮਿਊਨਿਟੀ ਸੋਸਾਇਟੀ ਦੀ, ਤੇ ਮੈਂਟਲ ਹੈਲਥ ਨੂੰ ਆਪਣੀ ਸੋਸਾਇਟੀ ਵਿੱਚੋਂ ਖਤਮ ਕਰਦੇ ਆ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਸੁਨੀਲ ਜੀ, ਤੁਸੀਂ ਇੰਨਾ ਸੋਹਣਾ ਉਪਰਾਲਾ ਲੈ ਕੇ ਆਏ ਹੋ। ਤੁਹਾਡੇ ਨਾਲ ਅੱਜ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਕੀਤੀਆਂ, ਤੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਦੁਬਾਰਾ ਤੁਹਾਨੂੰ ਸੱਦਾ ਦੇਵਾਂਗੇ। ਆਸ ਕਰਦੇ ਆ ਤੁਸੀਂ ਜ਼ਰੂਰ ਆਓਗੇ, ਤੇ ਆਸ ਕਰਦੇ ਆ 100 ਕੀ 200 ਵੋਲੰਟੀਅਰਸ ਜ਼ਰੂਰ ਪਹੁੰਚਣਗੇ ਦਿਲ ਦੀਆਂ ਗੱਲਾਂ ਸੋਸਾਇਟੀ ਦੇ ਕੋਲ। ਤੇ ਜਿੱਦਾਂ ਤੁਸੀਂ ਅੱਜ ਯੂਥ ਬੋਲ ਦਾ ਸ਼ੋਅ ਦੇ ਵਿੱਚ ਆਏ ਹੋ, ਮੈਂ ਜ਼ਰੂਰ ਚਾਹੂੰਗੀ ਤੁਸੀਂ ਯੂਥ ਨੂੰ ਕੋਈ ਮੈਸੇਜ ਦੇ ਕੇ ਜਾਓ। ਤੁਸੀਂ ਯੂਥ ਨੂੰ ਕੀ ਬੋਲਣਾ ਚਾਹੋਗੇ? ਮੈਂ ਯੂਥ ਨੂੰ ਇੱਕੋ ਗੱਲ ਬੋਲਣਾ ਚਾਹੁੰਦਾ, ਯੂਥ ਹਰ ਕੰਟਰੀ ਦਾ ਇੱਕ ਭਵਿੱਖ ਹੁੰਦਾ ਹੈ। ਤੁਹਾਡੇ ਉੱਤੇ ਬਹੁਤ ਲੋਕਾਂ ਦੀ ਆਸ਼ਾ ਹੁੰਦੀ ਹੈ, ਤੁਸੀਂ ਸਾਡੇ ਪੈਰੈਂਟਸ ਦੀ ਨੀਂਵ ਹੁੰਦੇ ਹੋ ਬਹੁਤ ਵੱਡੀ। ਕਦੇ ਜ਼ਿੰਦਗੀ ਵਿੱਚ ਨੈਗੇਟਿਵ ਸੋਚ ਨਹੀਂ ਲੈ ਕੇ ਆਣੀ, ਥਿੰਕ ਪੋਜ਼ਿਟਿਵ। ਕਹਿਣਾ ਬਹੁਤ ਸੌਖਾ ਹੈ, ਰਾਈਟ, ਬਟ ਸਟਾਰਟ ਵਿਦ ਵਨ ਥਿੰਗ। ਸਵੇਰੇ ਉੱਠਦੇ ਹੋ ਨਾ ਬੈੱਡ ਤੋਂ, ਆਦਾ ਬੈੱਡ ਬਣਾ ਕੇ ਉੱਠੋ। ਬੈੱਡ ਮੇਕਿੰਗ ਹੈਬਿਟ ਫॉर 21 days will give you a feeling of fulfillment कि मैं दा कमरा उठते ही साफ करता। Being a youth, you set example for yourself। आपके पेरेंट्स ने अपनी जर्नी अलग तरीके से लड़ाई लड़ी है। वो जब आए होंगे, मे बी फर्स्ट जनरेशन इमिग्रेंट होंगे या किसी और कारण से, उनकी लाइफ को देख के आप डिसीजन नहीं ले सकते। आपको अपने डिसीजन खुद लेने होंगे। आपको पता है आप क्या डिजर्व करते हैं और आपकी डिजायर्स क्या है। तो if you meet your desires with your deservedness, you're gonna make it successful। Don't over expect, do within your capabilities, but do it at the best। Stay healthy, stay happy, and dil diyan galla। Thank you very much। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। Thank you, so kind of you। ਸੋ ਇਹ ਸੀਗੇ ਸੁਨੀਲ ਮੁਲਜਾਨ ਹੋਰੀ, ਦਿਲ ਦੀਆਂ ਗੱਲਾਂ ਕਮਿਊਨਿਟੀ ਸੁਸਾਇਟੀ ਤੋਂ, ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਲਿਆ ਵਾ। ਆਓ ਸਾਰੇ ਮਿਲ ਕੇ ਇਹਨਾਂ ਦੀ ਮਦਦ ਕਰਦੇ ਹਾਂ। ਤੇ ਅੱਜ ਦਾ ਇਹ ਐਪੀਸੋਡ ਇੱਥੇ ਹੀ ਖਤਮ ਕਰਦੇ ਆ। ਮਿਲਾਂਗੇ ਅਗਲੇ ਹਫਤੇ ਇੱਕ ਨਵੇਂ ਐਪੀਸੋਡ ਦੇ ਨਾਲ। ਉਨੀ ਦੇਰ ਤੱਕ ਰੋਮਨਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ।